ਸਰ ਕਿਸ ਤਰੀਕੇ ਦੀ ਤਕਨੀਕ ਜਿਹੜੀ ਅੱਜ ਲਾਂਚ ਕੀਤੀ ਗਈ ਹੈ ਨਵੀਂ? ਇਹ ਤਕਨੀਕ ਜੀ ਇਹਦੇ ਵਿੱਚ ਜਿਹੜਾ ਅਸੀਂ ਚੂਲਾ ਤੇ ਗੋਡਾ ਬਦਲਦੇ ਆ ਉਹ ਸਮਾਰਟ ਰੋਬੋਟਿਕ ਸਿਸਟਮ ਐਕੋ ਸਮਾਰਟ ਰੋਬੋਟਿਕ ਸਿਸਟਮ ਉਹਦੇ ਨਾਲ ਇਹ ਜਿਹੜਾ ਵਾ ਜਦੋਂ ਅਸੀਂ ਇਹਦੇ ਨਾਲ ਆਪਰੇਸ਼ਨ ਕਰਦੇ ਆ ਵਿੱਚ ਜਿਹੜਾ ਨੈਚੁਰਲ ਨੀ ਹੁੰਦਾ ਵਾ ਉਹਨੂੰ ਅਸੀਂ ਕੋਸ਼ਿਸ਼ ਕਰਦੇ ਆ ਉਹਦੇ ਇਹ ਸਿਸਟਮ ਦੇ ਨਾਲ ਉਹਦੇ ਨਾਲ ਨੈਚੁਰਲ ਨੀ ਬਣਦਾ ਵਾ ਤੇ ਉਹਦੀ ਲਾਈਫ ਵੀ ਜਿਹੜੀ ਜ਼ਿਆਦਾ ਹੁੰਦੀ। ਤੇ ਡਾਕਟਰ ਦਾ ਨੂੰ ਫਾਇਦਾ ਇਹ ਆ ਕਿ ਜੇ ਉਹਦਾ ਮਰੀਜ਼ ਜਿਹੜਾ ਵਾ ਠੀਕ ਹੋਊ ਖੁਸ਼ ਹੋਊ ਤੇ ਡਾਕਟਰ ਵੀ ਖੁਸ਼ ਆ, ਉਹਨੂੰ ਜਿਹੜਾ ਮਰੀਜ਼ਾਂ ਦੀਆਂ ਮੁਸ਼ਕਲਾਂ ਵਾ ਜਾਂ ਜਿਹੜੀਆਂ ਕੰਪਲੇਂਟਸ ਉਹ ਘੱਟ ਹੋਣਗੇ। ਮੈਨੂਅਲ ਦੇ ਇਹਦੇ ਵਿੱਚ ਇਹ ਫਰਕ ਹੈ ਕਿ ਇਹ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵਾ ਕਿ ਅਸੀਂ ਬੋਨ ਕਿੰਨੀ ਕੱਟਣੀ ਆ। ਜਿਹੜਾ ਮੈਨੂਅਲ ਆ ਉਹਦੇ ਵਿੱਚ ਸਿਸਟਮ ਫਿਕਸ ਆ ਕਿ ਅਸੀਂ 10 mm ਫਰਜ਼ ਕਰ ਲਓ ਬੋਨ ਕੱਟਣੀ ਤੇ ਉਹ ਕੱਟਣੀ ਇਹਦੇ ਨਾਲ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਵਾ ਵੀ ਸਾਨੂੰ 10 mm ਕੱਟਣ ਦੀ ਲੋੜ ਨਹੀਂ ਆ, ਸਾਨੂੰ 3 mm ਦੇ ਨਾਲ ਹੀ ਸਾਡਾ ਜਿਹੜਾ ਵਾ ਉਹ ਬਹੁਤ ਵਧੀਆ ਜੋੜ ਹੋ ਜਾਣਾ। ਇੰਡੀਆ ਦੇ ਵਿੱਚ ਇਸ ਵੇਲੇ 15 ਕਰੋੜ ਲੋਕ, ਸਾਡੀ ਆਬਾਦੀ 145 ਕਰੋੜ ਦੇ ਲਾਗੇ ਚਾਗੇ ਪਹੁੰਚ ਚੁੱਕੀ ਹੈ। ਉਹਦੇ ਵਿੱਚੋਂ 15 ਕਰੋੜ ਲੋਕ ਜਿਹੜੇ ਆ ਉਹ ਗੋਡਿਆਂ ਦੇ ਨਾਲ ਹੀ ਪੀੜਤ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਖਬਰ ਹਰ ਪਲ ਇੰਡੀਆ ਤੇ ਮੈਂ ਹਾਂ ਬਿਕਰਮ ਗਿੱਲ। ਗੋਡਿਆਂ ਤੇ ਚੂਲਿਆਂ ਦੇ ਜਿਹੜੇ ਜੋੜਾਂ ਦੇ ਦਰਦ ਹੁੰਦੇ ਨੇ ਜਾਂ ਉਹਨਾਂ ਦੀ ਮੁਸ਼ਕਲ ਹੁੰਦੀ ਆ, ਉਹਨਾਂ ਨੂੰ ਬਦਲਣ ਵਾਸਤੇ ਜਿਹੜੀ ਆ ਤਕਨੀਕ ਜਿਹੜੀ ਆ ਨਵੀਂ ਲਾਂਚ ਹੋਈ ਆ। ਅੱਜ ਮੇਰੇ ਨਾਲ ਪ੍ਰਕਾਸ਼ ਹਸਪੀਟਲ ਦੇ ਡਾਕਟਰ ਨੇ, ਸਰ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਸਰ ਕਿਸ ਤਰੀਕੇ ਦੀ ਤਕਨੀਕ ਜਿਹੜੀ ਅੱਜ ਲਾਂਚ ਕੀਤੀ ਗਈ ਹੈ ਨਵੀਂ? ਇਹ ਤਕਨੀਕ ਜੀ ਇਹਦੇ ਵਿੱਚ ਜਿਹੜਾ ਅਸੀਂ ਚੂਲਾ ਤੇ ਗੋਡਾ ਬਦਲਦੇ ਆ ਉਹ ਸਮਾਰਟ ਰੋਬੋਟਿਕ ਸਿਸਟਮ ਐਕੋ ਸਮਾਰਟ ਰੋਬੋਟਿਕ ਸਿਸਟਮ ਉਹਦੇ ਨਾਲ ਇਹ ਜਿਹੜਾ ਵਾ ਜਦੋਂ ਅਸੀਂ ਇਹਦੇ ਨਾਲ ਆਪਰੇਸ਼ਨ ਕਰਦੇ ਆ ਤੇ ਇਹਦੇ 'ਚ ਚੀਰਾ ਬਹੁਤ ਘੱਟ ਦੇਣਾ ਪੈਂਦਾ ਵਾ, ਇਹਦੇ ਵਿੱਚ ਹੱਡੀ ਬਹੁਤ ਘੱਟ ਕੱਟਣੀ ਪੈਂਦੀ ਆ, ਖੂਨ ਮਰੀਜ਼ ਦਾ ਬਹੁਤ ਘੱਟ ਜਿਹੜਾ ਵਾ ਉਹ ਵਗਦਾ ਆ ਤੇ ਮਰੀਜ਼ ਜਲਦੀ ਚੱਲਣ ਫਿਰਨ ਦੇ ਕਾਬਲ ਹੋ ਜਾਂਦਾ ਵਾ। ਇਹਦੇ ਵਿੱਚ ਜਿਹੜਾ ਨੈਚੁਰਲ ਨੀ ਹੁੰਦਾ ਵਾ ਉਹਨੂੰ ਅਸੀਂ ਕੋਸ਼ਿਸ਼ ਕਰਦੇ ਆ ਇਹ ਸਿਸਟਮ ਦੇ ਨਾਲ ਉਹਦੇ ਨਾਲ ਨੈਚੁਰਲ ਨੀ ਬਣਦਾ ਵਾ ਤੇ ਉਹਦੀ ਲਾਈਫ ਵੀ ਜਿਹੜੀ ਜ਼ਿਆਦਾ ਹੁੰਦੀ। ਸਰ ਇਹ ਤਕਨੀਕ ਦਾ ਜਿਹੜਾ ਹੈ ਕੀ ਫਾਇਦਾ ਹੈ ਲੋਕਾਂ ਨੂੰ ਜ਼ਿਆਦਾ, ਕਿਉਂਕਿ ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ ਕੀ ਫਾਇਦਾ ਹੈ ਤੇ ਜਿਹੜੇ ਡਾਕਟਰਸ ਨੇ ਉਹਨਾਂ ਵਾਸਤੇ ਕਿੰਨਾ ਕੁ ਈਜ਼ੀ ਹੋਇਆ ਪਹਿਲੇ ਨਾਲੋਂ ਆਪਰੇਸ਼ਨ? ਦੇਖੋ ਜੀ, ਮਰੀਜ਼ ਨੂੰ ਤਾਂ ਇਹਦਾ ਫਾਇਦਾ ਇਹ ਆ ਕਿ ਇਨਫੈਕਸ਼ਨ ਘੱਟ ਆ, ਚੀਰਾ ਘੱਟ ਛੋਟਾ ਹੁੰਦਾ ਵਾ, ਬੋਨ ਉਹਦੀ ਜਿਹੜੀ ਨੈਚੁਰਲ ਆ ਕੁਦਰਤੀ ਆ ਉਹ ਜ਼ਿਆਦਾ ਪ੍ਰਜ਼ਰਵ ਕੀਤੀ ਜਾਂਦੀ ਆ, ਫਿਰ ਖੂਨ ਘੱਟ ਵਗਦਾ ਵਾ, ਖੂਨ ਇਹਨੂੰ ਚੜਾਉਣਾ ਵੀ ਘੱਟ ਪੈਂਦਾ ਆਪਰੇਸ਼ਨ ਤੋਂ ਬਾਅਦ। ਇਹ ਸਾਰੇ ਜਿਹੜੇ ਜਲਦੀ ਰਿਕਵਰੀ ਹੋ ਜਾਂਦੀ ਆ, ਫਿਜ਼ੀਓਥੈਰੇਪੀ ਘੱਟ ਕਰਾਉਣੀ ਪੈਂਦੀ, ਇਹ ਸਾਰੇ ਮਰੀਜ਼ ਦੇ ਫਾਇਦੇ ਆ। ਤੇ ਡਾਕਟਰ ਦਾ ਨੂੰ ਫਾਇਦਾ ਇਹ ਆ ਕਿ ਜੇ ਉਹਦਾ ਮਰੀਜ਼ ਜਿਹੜਾ ਵਾ ਠੀਕ ਹੋਊ ਖੁਸ਼ ਹੋਊ ਤੇ ਡਾਕਟਰ ਵੀ ਖੁਸ਼ ਆ, ਉਹਨੂੰ ਜਿਹੜਾ ਮਰੀਜ਼ਾਂ ਦੀਆਂ ਮੁਸ਼ਕਲਾਂ ਵਾ ਜਾਂ ਜਿਹੜੀਆਂ ਕੰਪਲੇਂਟਸ ਉਹ ਘੱਟ ਹੋਣਗੇ। ਜਿਹੜਾ ਮੈਨੂਅਲ ਤੇ ਇਸ ਤਕਨੀਕ ਦੇ ਵਿੱਚ ਕੀ ਫਰਕ ਦੱਸਾਂਗੇ? ਮੈਨੂਅਲ ਦੇ ਇਹਦੇ ਵਿੱਚ ਇਹ ਫਰਕ ਹੈ ਕਿ ਇਹ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵਾ ਕਿ ਅਸੀਂ ਬੋਨ ਕਿੰਨੀ ਕੱਟਣੀ ਆ। ਜਿਹੜਾ ਮੈਨੂਅਲ ਆ ਉਹਦੇ ਵਿੱਚ ਸਿਸਟਮ ਫਿਕਸ ਆ ਕਿ ਅਸੀਂ 10 mm ਫਰਜ਼ ਕਰ ਲਓ ਬੋਨ ਕੱਟਣੀ ਤੇ ਉਹ ਕੱਟਣੀ ਇਹਦੇ ਨਾਲ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਵਾ ਵੀ ਸਾਨੂੰ 10 mm ਕੱਟਣ ਦੀ ਲੋੜ ਨਹੀਂ ਆ, ਸਾਨੂੰ 3 mm ਦੇ ਨਾਲ ਹੀ ਸਾਡਾ ਜਿਹੜਾ ਵਾ ਉਹ ਬਹੁਤ ਵਧੀਆ ਜੋੜ ਹੋ ਜਾਣਾ। ਇਸ ਕਰਕੇ ਤੁਸੀਂ ਵੇਖੋ ਕਿ 7 mm ਜਿਹੜੀ ਆ ਮਰੀਜ਼ ਦੀ ਹੱਡੀ ਜਿਹੜੀ ਉਹ ਬਚ ਗਈ ਉਹਦੇ ਨਾਲ ਆਪਣੀ ਕੁਦਰਤੀ ਤੌਰ 'ਤੇ। ਇਸੇ ਤਰ੍ਹਾਂ ਹੀ ਐਂਗਲ ਜਿਹੜਾ ਵਾ ਉਹ ਇੱਕ ਫਿਕਸ ਹੈ ਐਂਗਲ ਕਿ ਇੰਨੇ ਐਂਗਲ 'ਤੇ ਹੀ ਜੋੜ ਜਿਹੜਾ ਵਾ ਉਹ ਪੈਣਾ ਵਾ। ਹੋ ਸਕਦਾ ਵਾ ਕਿਸੇ ਮਰੀਜ਼ ਨੂੰ ਉਹਦੀ ਘੱਟ ਲੋੜ ਹੋਵੇ, ਕਿਸੇ ਨੂੰ ਵੱਧ ਲੋੜ ਹੋਵੇ, ਤੇ ਉਹ ਜਿਹੜਾ ਵਾ ਉਹ ਇਸ ਸਿਸਟਮ ਨਾਲ ਹੀ ਪਤਾ ਲੱਗ ਸਕਦਾ ਵਾ। ਇਸ ਕਰਕੇ ਜਿਹੜਾ ਮੈਨੂਅਲ ਹੈ ਤੇ ਇਹਦੇ ਨਾਲ ਇਹ ਚੀਜ਼ਾਂ ਦਾ ਸਾਰਿਆਂ ਦਾ ਫਰਕ ਹੈ। ਇਹਦੇ ਨਾਲ ਗੋਡੇ ਤੇ ਚੂਲੇ ਦੋਨੋਂ ਬਦਲੇ ਜਾਂਦੇ ਇਸੇ ਰੋਬੋਟ ਦੇ ਨਾਲ? ਹਾਂਜੀ, ਗੋਡੇ ਵੀ ਬਦਲਿਆ ਜਾਂਦੇ ਤੇ ਚੂਲਾ ਵੀ ਇਹਦੇ ਨਾਲ ਬਦਲਿਆ ਜਾਂਦਾ, ਦੋਨੋਂ ਬਦਲੇ। ਤੇ ਦੋਨੋਂ ਦਾ ਜਦੋਂ ਆਪਰੇਟ ਹੁੰਦਾ ਹੈ, ਜਦੋਂ ਇਹਨੂੰ ਤਕਨੀਕ ਨੂੰ ਯੂਜ਼ ਕੀਤਾ ਜਾਂਦਾ, ਕਿੰਨਾ ਕੁ ਡਿਫਰੈਂਸ ਰਹਿੰਦਾ? ਉਦੋਂ ਗੋਡਿਆਂ ਵੇਲੇ ਵੀ ਇਹੋ ਮਤਲਬ ਕਿਸ ਤਰੀਕੇ ਨਾਲ ਇਹਨੂੰ ਚੇਂਜ ਕਰਨਾ ਪੈਂਦਾ? ਕੀ ਇਹਦੇ ਵਿੱਚ ਪਾਰਟ ਚੇਂਜ ਕਰਨੇ ਪੈਂਦੇ ਥੋੜ੍ਹੇ ਬਹੁਤ? ਜਿਹੜਾ ਚੂਲਾ ਉਹਦੇ ਵਿੱਚ ਜਿਹੜੇ ਆ ਪੱਟ ਦੀ ਹੱਡੀ ਆ ਉਹਦੇ ਵਿੱਚ ਅਸੀਂ ਇੱਕ ਉਹਨੂੰ ਕਹਿੰਦੇ ਸਟੈਮ ਕਹਿੰਦੇ ਆ, ਉਹ ਫਿਕਸ ਕਰਦੇ ਆ। ਤੇ ਇਹਦੇ ਨਾਲ ਜਿਹੜਾ ਸਿਸਟਮ ਆ
ਮੈਕੋ ਸਮਾਰਟ ਰੋਬੋਟਿਕ ਸਿਸਟਮ, ਉਹ ਸਾਨੂੰ ਦੱਸ ਦਿੰਦਾ ਕਿ ਇਹ ਸਾਈਜ਼ ਦਾ ਪੈਣਾ। ਜਿਹੜਾ ਅਸੀਂ ਮੈਨੂਅਲ ਕਰਦੇ ਹਾਂ ਉਹਦੇ 'ਚ ਅਸੀਂ ਟੈਸਟ ਕਰਕੇ ਵੇਖਦੇ ਹਾਂ ਵੀ ਆ ਪਹਿਲਾਂ 4 ਨੰਬਰ ਦਾ ਪਾ ਲਿਆ, ਇਹ ਨਹੀਂ ਫਿੱਟ ਆਇਆ, 5 ਦਾ ਪਾ ਲਿਆ, ਪਰ ਇਹਦੇ 'ਚ ਸਾਨੂੰ ਇੱਕੋ ਵਾਰੀ ਪਤਾ ਲੱਗ ਜਾਂਦਾ ਵੀ ਇਹਦੇ 'ਚ 5 ਦਾ ਹੀ ਪੈਣਾ ਅਤੇ ਫਿਰ 5 ਦਾ ਹੀ ਪੈਣਾ। ਜਿਸ ਤਰ੍ਹਾਂ ਕੱਪ ਆ ਉਹਦੇ ਵੀ ਵੱਖਰੇ ਵੱਖਰੇ ਸਾਈਜ਼ ਹੁੰਦੇ ਆ, ਜਿਸ ਤਰ੍ਹਾਂ 50 ਦਾ, 51 ਦਾ, 52 ਦਾ, ਤਾਂ ਉਹ ਵੀ ਅਸੀਂ ਚੈੱਕ ਕਰਕੇ ਵੇਖਦੇ ਵੀ ਆਹ ਸ਼ਾਇਦ 50 ਇਹਦੇ ਫਿੱਟ ਆ ਜੂ, ਫਿਰ ਸੋਚਦੇ ਨਹੀਂ ਇਹਦੇ 51 ਫਿੱਟ ਆਊਗਾ, ਪਰ ਇਹ ਸਿਸਟਮ ਜਿਹੜਾ ਸਾਨੂੰ ਪਹਿਲਾਂ ਦੱਸ ਦਿੰਦਾ ਵੀ 51 ਹੀ ਫਿੱਟ ਹੋਣਾ। ਤਾਂ ਇਸ ਕਰਕੇ ਉਹ ਟਾਈਮ ਵੀ ਬਚ ਜਾਂਦਾ, ਪੇਸ਼ੈਂਟ ਦੀ ਸਰਜਰੀ ਦਾ ਟਾਈਮ ਵੀ ਬਚ ਜਾਂਦਾ, ਉਹਨੂੰ ਤਕਲੀਫ ਵੀ ਘੱਟ ਹੁੰਦੀ। ਮਤਲਬ ਇਸ ਤੋਂ ਪਹਿਲੇ ਹੀ ਆਪਰੇਸ਼ਨ ਤੋਂ ਪਹਿਲੇ ਹੀ ਸਾਰਾ ਕੁਝ ਕਲੀਅਰ ਹੋ ਜਾਂਦਾ, ਪਿਕਚਰ ਪਹਿਲੇ ਪਤਾ ਹੁੰਦਾ ਸਾਨੂੰ ਕਿ ਵੀ ਇਹਦੇ 'ਚ ਇਹ ਜਿਹੜੀ ਆ ਸਟੈਮ ਆ, ਜਿਹੜੀ ਇਹ ਪੱਟ ਦੀ ਹੱਡੀ 'ਚ ਪੈਣੀ ਆਹ ਨੰਬਰ ਦੀ ਪੈਣੀ ਆ, ਚੂਲੇ ਦੇ ਵਿੱਚ ਆਹ ਦੀ ਪੈਣੀ ਆ, ਤੇ ਇੰਨੇ ਐਂਗਲ ਦੀ ਪੈਣੀ ਆ, ਉਹ ਸਾਰਾ ਕੁਝ ਸਾਨੂੰ ਪਹਿਲੇ ਪਤਾ। ਹੁਣ ਤੱਕ ਕਿੰਨੇ ਆਪਰੇਟ ਹੋ ਚੁੱਕੇ ਨੇ ਤੁਹਾਡੇ ਹਸਪੀਟਲ ਦੇ ਵਿੱਚ ਅਤੇ ਕਿੰਨੇ ਸਕਸੈਸ ਕਿੰਨੇ ਹੋਏ ਨੇ? ਹੁਣ ਤੱਕ ਜੀ ਅਸੀਂ 20 ਗੋਡੇ ਬਦਲ ਚੁੱਕੇ ਹਾਂ ਅਤੇ 2 ਚੂਲੇ ਬਦਲ ਚੁੱਕੇ ਹਾਂ, ਅਤੇ ਸਾਰੇ ਪੇਸ਼ੈਂਟ ਬਿਲਕੁਲ ਵਧੀਆ ਨੇ। ਕੁਛ ਪੇਸ਼ੈਂਟ ਇੱਥੇ ਆਏ ਵੀ ਨੇ, ਤੁਸੀਂ ਵੇਖ ਹੀ ਲੈ। ਅੱਛਾ, ਇੱਕ ਪੂਰੇ ਪੰਜਾਬ 'ਚ ਲਾ ਲਈਏ, ਇੰਡੀਆ 'ਚ ਤੁਹਾਡੇ ਹਿਸਾਬ ਨਾਲ ਕਿੰਨੇ ਲੋਕ ਪੀੜਤ ਨੇ ਗੋਡਿਆਂ ਤੋਂ ਅਤੇ ਚੂਲਿਆਂ ਤੋਂ? ਲਗਭਗ ਕੋਈ ਫਿਗਰਸ ਹੋਣ? ਦੇਖੋ, ਇੰਡੀਆ ਦੇ ਵਿੱਚ ਇਸ ਵੇਲੇ 15 ਕਰੋੜ ਲੋਕ, ਸਾਡੀ ਆਬਾਦੀ 145 ਕਰੋੜ ਦੇ ਲਾਗੇ ਚਾਗੇ ਪਹੁੰਚ ਚੁੱਕੀ ਹੈ। ਉਹਦੇ ਵਿੱਚੋਂ 15 ਕਰੋੜ ਲੋਕ ਜਿਹੜੇ ਆ ਉਹ ਗੋਡਿਆਂ ਦੇ ਨਾਲ ਹੀ ਪੀੜਤ ਨੇ, ਜਿਨ੍ਹਾਂ 'ਚੋਂ 4 ਕਰੋੜ ਲੋਕਾਂ ਨੂੰ ਇਹ ਜੋੜ ਬਦਲਣ ਦੀ ਲੋੜ ਆ, ਪਰ ਇਸ ਵੇਲੇ ਹੋ ਰਿਹਾ 2 ਲੱਖ ਸਾਲ ਦੇ। ਤਾਂ ਮਤਲਬ ਇੰਨਾ ਘੱਟ ਹੋ ਰਿਹਾ, ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਅਜੇ ਲੋੜ ਆ, ਜਿਹੜੇ ਕੁਛ ਪੈਸੇ ਕਰਕੇ ਜਾਂ ਕਈ ਹੋਰ ਕਾਰਨਾਂ ਕਰਕੇ ਉਹ ਨਹੀਂ ਕਰਵਾ ਸਕਦੇ। ਡਾਕਟਰ ਸਾਹਿਬ, ਇੱਕ ਜਿਸ ਤਰ੍ਹਾਂ ਮੈਨੂਅਲ ਆਪਰੇਟ ਅਤੇ ਜਦੋਂ ਆਪਾਂ ਐਰੋਬਿਕ ਦੇ ਨਾਲ ਆਪਰੇਟ ਕਰਦੇ ਹਾਂ, ਖਰਚੇ ਦਾ ਫਰਕ ਪੈਂਦਾ ਹੈ ਥੋੜ੍ਹਾ ਬਹੁਤ? ਬਹੁਤ ਥੋੜ੍ਹਾ ਪੈਂਦਾ ਵਾ ਫਰਕ, ਉਹ ਬਹੁਤ ਜ਼ਿਆਦਾ ਨਹੀਂ ਕੋਈ ਫਰਕ ਪੈਂਦਾ ਵੀ, ਪਰ ਇਹ ਆ ਵੀ ਜਿਹੜਾ ਮਰੀਜ਼ ਨੂੰ ਉਹਦਾ ਫਾਇਦਾ ਹੁੰਦਾ ਵਾ ਉਹ ਬਹੁਤ ਜ਼ਿਆਦਾ। ਇੱਕ ਇਹਦੇ ਕੋਈ ਇੰਸ਼ੋਰੈਂਸ ਪੋਲਿਸੀਜ਼ ਵਗੈਰਾ ਦੇ ਵਿੱਚ, ਜਾਂ ਜਿਸ ਤਰ੍ਹਾਂ ਆਰਮੀ ਵੱਲੋਂ ਜਾਂ ਕੁਝ ਹੁੰਦਾ ਹੈ, ਕਿਸੇ ਦੇ ਆਪਰੇਟ ਹੁੰਦੇ ਨੇ, ਉਹਨਾਂ ਵਾਸਤੇ ਮਰੀਜ਼ਾਂ ਵਾਸਤੇ ਵੀ ਕੋਈ ਆ ਚੁੱਕਾ ਇਹਦੇ ਵਿੱਚ ਕਿ ਨਹੀਂ ਅਜੇ ਇੰਸ਼ੋਰੈਂਸ ਪੋਲਿਸੀਜ਼ ਵਗੈਰਾ? ਇਹ ਸਿਸਟਮ ਅਜੇ ਨਵਾਂ ਆ, ਅਜੇ ਇੰਸ਼ੋਰੈਂਸ ਕੰਪਨੀਆਂ ਨੇ ਇਹ ਨਹੀਂ ਸ਼ੁਰੂ ਕੀਤਾ। ਸਾਡੀ ਕਈ ਕੰਪਨੀਆਂ ਨਾਲ ਗੱਲਬਾਤ ਚੱਲਦੀ ਪਈ ਆ ਕਿ ਵੀ ਜਿਹੜਾ ਕੋਈ ਪੇਸ਼ੈਂਟ ਰੋਬੋਟ ਨਾਲ ਕਰਾਉਣਾ ਚਾਹੁੰਦਾ, ਉਹਦਾ ਤੁਸੀਂ ਪੈਕੇਜ ਜਿਹੜਾ ਵਾ ਉਹ ਅਲੱਗ ਰੱਖੋ। ਉਹ ਕੰਪਨੀਆਂ ਵੀ ਸੋਚਦੀਆਂ ਪਈਆਂ ਵਾ ਆਉਣ ਵਾਲੇ ਟਾਈਮ 'ਚ, ਕਿਉਂਕਿ ਨਵੀਂ ਚੀਜ਼ ਆ ਅਤੇ ਟਾਈਮ ਲੱਗਦਾ, ਮੇਰਾ ਖਿਆਲ ਹੈ ਇਹ ਹੋ ਜਾਵੇਗਾ। ਡਾਕਟਰ ਸਾਹਿਬ, ਇਹਨਾਂ ਇਹ ਕਾਰਨ ਕੀ ਰਹਿੰਦੇ ਨੇ ਇਹ ਗੁੱਡਿਆਂ ਨੂੰ ਜਾਂ ਚੂਲੇ ਨੂੰ ਮਤਲਬ ਵੀ ਬਦਲਣ ਦੀ ਲੋੜ ਪੈਂਦੀ? ਕਿਉਂ ਖਰਾਬੀ ਹੁੰਦੀ ਹੈ, ਕਿਸ ਤਰੀਕੇ ਨਾਲ ਹੁੰਦੀ ਹੈ, ਕੀ ਬਚਾਅ ਕੀ ਨੇ ਇਹਨਾਂ ਚੀਜ਼ਾਂ? ਇਹਦੇ ਵਿੱਚ ਵੇਖੋ ਜੀ, ਕੋਈ ਜਿਸ ਤਰ੍ਹਾਂ ਆਪਾਂ ਪੈਰਾਂ ਭਾਰ ਬੈਠਦੇ ਹਾਂ ਜਾਂ ਚੌਂਕੜੀ ਮਾਰਦੇ ਹਾਂ ਜਾਂ ਆਪਾਂ ਇਹਨੂੰ ਮਿਸਯੂਜ਼ ਕਰਦੇ ਹਾਂ, ਕਈ ਬੈਠਕਾਂ ਮਾਰਦੇ ਆ, ਜਿੰਨਾ ਚਿਰ ਤੇ ਇਹ ਦਰਦ ਨਹੀਂ ਹੁੰਦੀ ਉਹਨਾਂ ਚਿਰ ਤੇ ਠੀਕ ਹੈ, ਤੁਸੀਂ ਸਾਰਾ ਕੁਝ ਕਰ ਸਕਦੇ। ਪਰ ਜਦੋਂ ਤੁਹਾਨੂੰ ਲੱਗੇ ਕਿ ਹੁਣ ਗੋਡੇ 'ਚ ਪੇਨ ਹੋਣੀ ਸ਼ੁਰੂ ਹੋ ਗਈ, ਫਿਰ ਇਹ ਸਾਰੀਆਂ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ। ਜਦੋਂ ਇਹ ਲੋਕ ਕਰਨੋਂ ਨਹੀਂ ਹਟਦੇ, ਫਿਰ ਵੀ ਕਰੀ ਜਾਂਦੇ, ਅਤੇ ਫਿਰ ਉਸ ਤੋਂ ਬਾਅਦ ਫਿਰ ਉਹ ਜਿਹੜਾ ਵਾ ਉਹ ਵਧਣੇ ਸ਼ੁਰੂ ਹੋ ਜਾਂਦੇ। ਅਤੇ ਦੂਸਰੀ ਗੱਲ ਹੈ ਕਿ ਸਾਡੇ ਲੋਕ ਐਕਸਰਸਾਈਜ਼ ਬਹੁਤ ਘੱਟ ਕਰਦੇ, ਜਿਸ ਤਰ੍ਹਾਂ ਸਾਈਕਲ ਚਲਾਉਣਾ ਚਾਹੀਦਾ ਵਾ, ਉਹਦੇ ਨਾਲ ਗੋਡੇ ਘੱਟ ਖਰਾਬ ਹੁੰਦੇ, ਸੈਰ ਕਰਨੀ ਚਾਹੀਦੀ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਨਾ ਹੋਣ ਕਰਕੇ ਗੋਡੇ ਜਿਹੜੇ ਆ ਜ਼ਿਆਦਾ ਖਰਾਬ ਹੁੰਦੇ। ਡਾਕਟਰ ਸਾਹਿਬ, ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕੋਈ ਕਿ ਹਸਪੀਟਲ ਵੱਲੋਂ ਜਾਂ ਉਸ ਤਰੀਕੇ ਨਾਲ? ਮੈਂ ਤਾਂ ਸਾਰੇ ਲੋਕਾਂ ਨੂੰ ਇਹ ਕਹਾਂਗਾ ਕਿ ਭਈ ਤੁਸੀਂ ਆਪਣੇ ਜੋੜਾਂ ਦਾ ਧਿਆਨ ਰੱਖੋ, ਐਕਸਰਸਾਈਜ਼ ਰੈਗੂਲਰ ਕਰਦੇ ਰਹੋ। ਜਦੋਂ ਵੀ ਤੁਹਾਨੂੰ ਕੋਈ ਤਕਲੀਫ ਆਉਂਦੀ ਆ ਅਤੇ ਨੇੜੇ ਦੇ ਡਾਕਟਰ ਨੂੰ ਜ਼ਰੂਰ ਦਿਖਾਓ। ਜੇ ਉਹ ਕਹਿੰਦੇ ਆ ਆਪਰੇਸ਼ਨ ਕਰਾਉਣ ਨੂੰ, ਅਤੇ ਛੇਤੀ ਤੋਂ ਛੇਤੀ ਆਪਰੇਸ਼ਨ ਜ਼ਰੂਰ ਕਰਾ ਲੈਣਾ ਚਾਹੀਦਾ, ਕਿਉਂਕਿ ਇਹਨੂੰ ਲੇਟ ਕਰਨ ਦੇ ਨਾਲ ਤੁਹਾਡੇ ਮਸਲ ਵੀ ਵੀਕ ਹੋ ਜਾਂਦੇ, ਤੁਹਾਡੇ ਬਾਕੀ ਜੋੜਾਂ 'ਤੇ ਵੀ ਅਸਰ ਪੈਂਦਾ ਵਾ, ਲੱਕ 'ਤੇ ਵੀ ਅਸਰ ਪੈਂਦਾ ਵਾ, ਅਤੇ ਤਕਲੀਫਾਂ ਵੱਧਦੀਆਂ। ਜੇ ਤੁਸੀਂ ਲਾਸਟ ਸਟੇਜ 'ਤੇ ਜਦੋਂ ਤੁਰ ਹੀ ਨਹੀਂ ਸਕਦੇ ਉਦੋਂ ਕਰਾ ਵੀ ਲਓਗੇ, ਫਿਰ ਉਹਨਾਂ ਫਾਇਦਾ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਹਾਡਾ। ਸੋ ਹੁਣ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਜਿਹੜੇ ਇਸ ਕੰਪਨੀ ਸਟ੍ਰਾਈਕਰ ਕੰਪਨੀ ਦੇ MD ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਉਹਨਾਂ ਦਾ ਇਸ पूरे प्रोजेक्ट के बारे में क्या कहना है। सो हमारे साथ स्ट्राइकर कंपनी के MD भी हैं मैम, उनके साथ बात कर लेते हैं। आखिर मैम, अमृतसर में आज रोबिक जो लॉन्च हो चुका है, तो क्या कहना चाहेंगे इसमें? अभी आपको लगता है कि अमृतसर में कितना बेनिफिट रहेगा लोगों को? ये पहली टेक्नोलॉजी मेको, पहला इंस्टॉलेशन है हमारा मेको का अमृतसर में, बहुत घुटनों के लिए भी और कूल्हों के लिए भी। तो बहुत ही इम्पोर्टेंट दिन है, क्योंकि जैसा आपने सुना डॉक्टर ढिल्लन से, जो पेशेंट्स को ये सर्जरी कराने की ज़रूरत है, हिप रिप्लेसमेंट या नी रिप्लेसमेंट, तो इस टेक्नोलॉजी के साथ जो उनका मतलब तीन तरह के फ़ायदे हो सकते हैं। एक तो रिकवरी इज़ मच फास्टर, माने वो ज़्यादा जल्दी अपने पैरों पर चल पाएंगे। दूसरी बात ये है
कि पेन थोड़ा कम रहता है, क्योंकि ये टेक्नोलॉजी के सहारे जो एग्जैक्ट प्रिसिशन से बोन काटते हैं डॉक्टर्स, वो एकदम 100% प्रिसिशन से करते हैं। तो इसीलिए जो जितना जितना कम आप बोन काट सकें उतना बेटर है सर्जरी में। तो इस टेक्नोलॉजी के साथ वो फ़ायदा भी बहुत है। और मैम जैसे प्रकाश हॉस्पिटल के लिए ये सुविधा आई है, जहाँ लोगों के लिए उन्होंने खरीदा है मशीन को। अभी आप पंजाब में और कितने हॉस्पिटल हैं जहाँ पे ये मैको रोबिक जो है आपका लग रहा है? तो हिप रिप्लेसमेंट, नी रिप्लेसमेंट तो पंजाब में बहुत हो रहा है, सभी शहर में हो रहा है। अभी हमारे इस टेक्नोलॉजी का हमारा यहाँ 2 इंस्टॉलेशन है, एक यहाँ और एक है एक पंजाब में 2 हैं बेसिकली। बट डेफिनेटली हम यही देखते हैं कि जैसे डॉक्टर प्रकाश को इतनी जो मतलब 30 मार्च में इन्होंने इंस्टॉल किया था, ऑलरेडी 1 महीने में 22 सर्जरी हो चुकी है और सभी पेशेंट्स आपने देखा 3 पेशेंट्स बहुत अच्छा कर रहे हैं। तो हमें यही विश है कि मतलब पंजाब में और भी जगह ये टेक्नोलॉजी अडॉप्ट हो, ताकि पेशेंट्स को मतलब इसका फ़ायदा मिल सके। बट एज ऑफ नाउ 2 हैं। तो जैसे प्रकाश के लिए आपने इस मशीन को दिया है, तो अभी और हॉस्पिटल भी अमृतसर में डिमांड करेंगे तो उनको भी आप प्रोवाइड करेंगे? हाँ, अगर हॉस्पिटल को मतलब अगर अगर हमें ऐसा लगे कि इस हॉस्पिटल में ये टेक्नोलॉजी से इट्स अ सर्जन दैट वी वांट टू पार्टनर विद, क्योंकि डॉक्टर ढिल्लन एक बहुत वेल नोन सर्जन है और वो बहुत अच्छा काम करते हैं, तो उनके साथ हम ऐसे पार्टनरशिप में लाना भी चाहते हैं टेक्नोलॉजी। तो डेफिनेटली अगर और सर्जन, अगर और हॉस्पिटल्स को चाहिएगा और अगर मतलब अगर लगा कि ठीक तरह से हम ला सकें तो ज़रूर लाएंगे। हाँ। तो ये टेक्नोलॉजी जो है पहली बार जब आपने लॉन्च किया तो कब लॉन्च हुआ है, कैसे हुआ, कैसे प्लान हुआ, कैसे कंपनी के ने इसको लॉन्च करने का सोचा? तो ये टेक्नोलॉजी एक्चुअली 2006 से ही चली आ रही थी। एक दूसरी कंपनी थी जिसका नाम था मेको। तो हमारी कंपनी स्ट्राइकर ने इस कंपनी मेको को मतलब ख़रीदा, अपने अंदर लिया 2012-13 में। और फिर 2015 के आसपास ये टोटल नी और टोटल हिप, माने पूरा घुटना और पूरा कूल्हे के टेक्नोलॉजी को हमने लॉन्च किया है। तो बस 15-16 के आसपास दोनों एप्लीकेशंस लॉन्च हुए हैं। और अभी इंडिया में पहली बार ये आया था टेक्नोलॉजी 2017 के आसपास, पहली बार जो आया था। बट अभी उसके बाद हमने इसको ज़्यादा उसके बाद हमने इसको ज़्यादा उस समय प्रमोट नहीं किया, क्योंकि बहुत डेवलपमेंट्स हो रहे थे टेक्नोलॉजी में। बट 2019 से लेके अभी तक हमने काफ़ी इसका इस्टेब्लिशमेंट किया है पूरे कंट्री में। हमारे दर्शकों को कोई मैसेज देना चाहेंगे जो देख रहे हैं, कुछ इन जो जोड़ों से पीड़ित होंगे, घुटनों से या चूलों से पीड़ित होंगे, उनको कुछ मैसेज देना चाहेंगे आप? आई थिंक पहला मैसेज तो सबके लिए यही है, जो मैं अपने आप को भी कहती हूँ, कि जो जितना एक्सरसाइज कर सकें, जितना एक्टिव रह सकें लोग, उतनी कम ज़रूरत पड़ेगी घुटना रिप्लेसमेंट के लिए। पर जहाँ पेशेंट्स हों जिनके घुटनों में दर्द हो या कूल्हे में दर्द हो, डेफिनेटली अपने डॉक्टर से मिलें, डॉक्टर से सलाह करें कि उनको किस तरह से उसका पेन उसका मैनेज हो सकता है। और अगर डॉक्टर नी रिप्लेसमेंट या हिप रिप्लेसमेंट रेकमेंड करें तो बगैर किसी हिचकिचाहट के कर लेना चाहिए। ये बहुत आजकल कॉमन सर्जरी है, डॉक्टर्स का हाथ बड़ा बहुत सॉलिड है, सब करते हैं, शहरों में होता है। और जहाँ डॉक्टर के पास टेक्नोलॉजी असिस्टेड हो सके, जैसे मेको टेक्नोलॉजी, डेफिनेटली यू कैन बी कॉन्फिडेंट कि सर्जरी का प्रिसिशन और एक्यूरेसी और बेहतरीन होगा। तो वही हम कहना चाहेंगे। बहुत बहुत धन्यवाद आपका। तो आज जो ये टेक्नोलॉजी अमृतसर में लॉन्च हुई है, उसके लिए हम लोग चाहेंगे कि जो हमारे दर्शक हैं वो इसको देखें और समझें, और प्रकाश हॉस्पिटल में जाके अगर आपको भी पीड़ित हैं इस जोड़ों से, तो आप भी जाकर वहाँ पे ज़रूर देखें। कैमरामैन अश्विनी बिनाल, विक्रम गिल, खबर हर्पल इंडिया, अमृतसर।